ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਇੰਗਲਿਸ਼ ਸਿੱਖਣੀ ਕਿਵੇਂ ਹੈ। ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਕੁਝ ਗੱਲਾਂ ਸਿਖਾਵਾਂਗੀ ਜੋ ਤੁਸੀਂ ਆਪਣੇ ਦਿਮਾਗ 'ਚ ਰੱਖਣੀ ਹੈ ਤੇ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ। ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਸਿੱਖਣੀ ਹੈ ਉਹ ਹੈ ਵੋਕੈਬੂਲਰੀ ਬਿਲਡਿੰਗ। ਹੁਣ ਵੋਕੈਬੂਲਰੀ ਦਾ ਮਤਲਬ ਕੀ ਹੈ? ਵੋਕੈਬੂਲਰੀ ਦਾ ਮਤਲਬ ਹੈ ਸ਼ਬਦ ਜਾਂ ਕਿਸੇ ਵੀ ਚੀਜ਼ ਦਾ ਨਾਮ। ਜੇ ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਤਾਂ ਤੁਹਾਨੂੰ ਬਹੁਤ ਕੁਝ ਦਿਖ ਰਿਹਾ ਹੋਣਾ, ਜਿਵੇਂ ਕਿ ਸੜਕ, ਦਰਖਤ, ਆਸਮਾਨ, ਸਬਜ਼ੀਆਂ, ਫਲ, ਕਿਤਾਬ, ਪੱਖਾ, ਰਜਾਈ ਜਾਂ ਕੁਝ ਵੀ। ਹੁਣ ਇਹ ਸੋਚੋ ਕਿ ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਾਮ ਹੀ ਨਾ ਪਤਾ ਹੋਏ ਤਾਂ ਤੁਸੀਂ ਕਿਸੇ ਨੂੰ ਆਪਣੀ ਗੱਲ ਕਿਵੇਂ ਸਮਝਾਓਗੇ? ਤੁਹਾਨੂੰ ਬਹੁਤ ਮੁਸ਼ਕਿਲ ਆਵੇਗੀ। ਅਤੇ ਇਸੀ ਨੂੰ ਕਹਿੰਦੇ ਹੈ ਵੋਕੈਬਲਰੀ। ਇਹ ਚੀਜ਼ਾਂ ਦੇ ਨਾਮ ਹੈ ਵੋਕੈਬਲਰੀ। ਤੁਹਾਡੀ ਪੰਜਾਬੀ ਦੀ ਵੋਕੈਬਲਰੀ ਤਾਂ ਬਹੁਤ ਵਧੀਆ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ। ਇਹੀ ਸਾਰੀ ਚੀਜ਼ਾਂ ਦੇ ਨਾਮ ਜੋ ਤੁਸੀਂ ਪੰਜਾਬੀ 'ਚ ਜਾਣਦੇ ਹੋ ਆਪਾਂ ਸਿੱਖਾਂਗੇ ਇੰਗਲਿਸ਼ 'ਚ, ਯਾਨੀ ਇੰਗਲਿਸ਼ ਵੋਕੈਬਲਰੀ। ਇੰਗਲਿਸ਼ ਵੋਕੈਬਲਰੀ ਸਿੱਖਣ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਲਿੰਕਸ ਨੂੰ ਵੀ ਫੋਲੋ ਕਰ ਸਕਦੇ ਹੋ ਅਤੇ ਆਪਣੀ ਵੋਕੈਬਲਰੀ ਨੂੰ ਹੋਰ ਵਧੀਆ ਕਰ ਸਕਦੇ ਹੋ। ਦੂਜੀ ਚੀਜ਼ ਜੋ ਧਿਆਨ 'ਚ ਰੱਖਣੀ ਹੈ ਉਹ ਹੈ ਵਾਕ ਯਾਨੀ ਸੈਂਟੈਂਸ ਬਣਾਉਣ ਦਾ ਢੰਗ। ਚਾਹੇ ਇੰਗਲਿਸ਼ ਹੋ ਜਾਂ ਪੰਜਾਬੀ, ਜਦ ਵੀ ਅਸੀਂ ਵਾਕ ਬਣਾਉਂਦੇ ਹਾਂ ਉਹਦਾ ਇੱਕ ਤਰੀਕਾ ਹੈ, ਇੱਕ ਢੰਗ ਹੈ। ਹੁਣ ਜੇ ਮੈਂ ਕਹਿੰਦੀ ਹਾਂ ਕਿ ਮੇਰਾ ਨਾਮ ਰਵਨੀਤ ਹੈ, ਇਸ ਦਾ ਮਤਲਬ ਤੁਸੀਂ ਸਮਝ ਹੀ ਜਾਓਗੇ। ਪਰ ਜੇ ਮੈਂ ਕਹਾਂ ਹੈ ਮੇਰਾ ਰਵਨੀਤ ਨਾਮ, ਤੁਸੀਂ ਸ਼ਾਇਦ ਇਸ ਦਾ ਮਤਲਬ ਵੀ ਸਮਝ ਜਾਓਗੇ, ਪਰ ਤੁਹਾਨੂੰ ਪਤਾ ਹੈ ਕਿ ਇਸ ਸੈਂਟੈਂਸ ਦੇ ਵਿੱਚ ਕੋਈ ਗੜਬੜ ਹੈ ਅਤੇ ਇਹ ਸਹੀ ਢੰਗ ਨਾਲ ਨਹੀਂ ਬੋਲਿਆ ਗਿਆ। ਇਸੀ ਤਰ੍ਹਾਂ ਇੰਗਲਿਸ਼ 'ਚ ਕਿਵੇਂ ਸਹੀ ਵਾਕ ਜਾਂ ਸੈਂਟੈਂਸ ਬਣਾਉਣਾ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਸੁਣਨ ਵਾਲਾ ਤੁਹਾਡੀ ਗੱਲ ਸਮਝ ਜਾਏ। ਤੀਜੀ ਤਕਨੀਕ ਹੈ ਰੀਡਿੰਗ, ਮਤਲਬ ਕਿ ਪੜ੍ਹ ਕੇ ਦੇਖਣਾ। ਇਹ ਬਹੁਤ ਹੀ ਫਾਇਦੇਮੰਦ ਅਤੇ ਅਜ਼ਮਾਈ ਹੋਈ ਤਕਨੀਕ ਹੈ। ਇਸ 'ਚ ਤੁਸੀਂ ਇੰਗਲਿਸ਼ ਦਾ ਅਖਬਾਰ ਲੈ ਸਕਦੇ ਹੋ ਜਾਂ ਫਿਰ ਕੋਈ ਕਿਤਾਬ ਜੋ ਇੰਗਲਿਸ਼ 'ਚ ਲਿਖੀ ਹੋਈ ਹੈ ਅਤੇ ਤੁਸੀਂ ਇਸ ਨੂੰ ਜ਼ੋਰ ਜ਼ੋਰ 'ਤੇ ਪੜ੍ਹਨਾ ਹੈ। ਜ਼ੋਰ ਜ਼ੋਰ 'ਤੇ ਪੜ੍ਹਨ ਦਾ ਮਤਲਬ ਹੁਣ ਇਹ ਨਹੀਂ ਹੈ ਕਿ ਤੁਸੀਂ ਸੁੱਤੇ ਪਏ ਗੁਆਂਢੀਆਂ ਨੂੰ ਜਗਾਉਣਾ ਹੈ, ਪਰ ਇੰਨਾ ਕੁ ਜ਼ੋਰ 'ਤੇ ਬੋਲੋ ਕਿ ਤੁਹਾਨੂੰ ਆਪਣੀ ਆਵਾਜ਼ ਹੀ ਆਪਣੇ ਕੰਨਾਂ 'ਚ ਸੁਣਾਈ ਦੇ, ਠੀਕ ਹੈ। ਅਤੇ ਪੜ੍ਹਦੇ ਹੋਏ ਜੇ ਤੁਹਾਨੂੰ ਕੋਈ ਨਵਾਂ ਸ਼ਬਦ ਦਿਖਦਾ ਹੈ ਤਾਂ ਉਸਨੂੰ ਉਸੀ ਟਾਈਮ ਇੱਕ ਡਾਇਰੀ 'ਚ ਲਿਖੋ ਅਤੇ ਬਾਅਦ 'ਚ ਜਦ ਵੀ ਤੁਹਾਨੂੰ ਟਾਈਮ ਮਿਲੇ ਤਾਂ ਉਸ ਵਰਡ ਦਾ ਮਤਲਬ ਜਾਣਨ ਦੀ ਕੋਸ਼ਿਸ਼ ਕਰੋ। ਹੁਣ ਜਾਣਨ ਲਈ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਗੂਗਲ ਸਰਚ ਕਰ ਲਓ ਜਾਂ ਫਿਰ ਮੈਨੂੰ ਈਮੇਲ ਦੇ ਰਾਹੀਂ ਇਹ ਸਵਾਲ ਪੁੱਛ ਸਕਦੇ ਹੋ ਕਿ ਰਵਨੀਤ ਇਸ ਗੱਲ ਦਾ ਮਤਲਬ ਸਮਝਾਓ ਅਤੇ ਮੈਂ ਜ਼ਰੂਰ ਤੁਹਾਡੀ ਮਦਦ ਕਰਾਂਗੀ। ਚੌਥੀ ਚੀਜ਼ ਜੋ ਅਸੀਂ ਧਿਆਨ 'ਚ ਰੱਖਣੀ ਹੈ ਉਹ ਹੈ ਲਿਸਨਿੰਗ, ਮਤਲਬ ਕਿ ਸੁਣਨ ਦਾ ਪ੍ਰਯਾਸ ਕਰਨਾ ਹੈ। ਇਸ ਲਈ ਤੁਸੀਂ TV 'ਤੇ ਕੋਈ ਇੰਗਲਿਸ਼ ਦੀ ਖਬਰਾਂ ਵਾਲਾ ਚੈਨਲ ਲਗਾ ਸਕਦੇ ਹੋ ਜਾਂ ਕੋਈ ਇੰਗਲਿਸ਼ ਫਿਲਮ ਦੇਖ ਸਕਦੇ ਹੋ ਅਤੇ ਉਸਨੂੰ ਤੁਸੀਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ। ਔਰ ਇਸੀ ਸੁਣਨ ਦੇ ਪ੍ਰੋਸੈਸ 'ਚ ਜੇ ਤੁਹਾਨੂੰ ਫਿਰ ਕੋਈ ਐਸਾ ਵਰਡ ਸੁਣਾਈ ਦਿੰਦਾ ਹੈ ਜਿਹਦਾ ਤੁਸੀਂ ਮਤਲਬ ਨਹੀਂ ਜਾਣਦੇ ਅਤੇ ਜਾਣਨਾ ਚਾਹੁੰਦੇ ਹੋ, ਉਸਨੂੰ ਡਾਇਰੀ 'ਚ ਲਿਖ ਲਓ ਅਤੇ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਪੁੱਛ ਸਕਦੇ ਹੋ, ਗੂਗਲ ਸਰਚ ਕਰ ਸਕਦੇ ਹੋ ਜਾਂ ਮੈਨੂੰ ਈਮੇਲ ਰਾਹੀਂ ਉਹ ਸਵਾਲ ਪੁੱਛ ਸਕਦੇ ਹੋ। ਇਹ ਅਗਲਾ ਪੁਆਇੰਟ ਹੁਣ ਬਹੁਤ ਹੀ ਜ਼ਰੂਰੀ ਹੈ। ਇਸ 'ਚ ਤੁਸੀਂ ਬੋਲ ਕੇ ਜਾਂ ਲਿਖ ਕੇ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਵਟਸਐਪ ਦਾ ਇਸਤੇਮਾਲ ਕਰਨਾ। ਵਟਸਐਪ ਤਾਂ ਆਪਾਂ ਸਾਰਿਆਂ ਨੂੰ ਹੀ ਯੂਜ਼ ਕਰਨਾ ਆਉਂਦਾ ਹੈ, ਠੀਕ ਹੈ। ਅਤੇ ਜਦ ਵੀ ਹੁਣ ਤੁਸੀਂ ਆਪਣੇ ਦੋਸਤ, ਸਹੇਲੀ ਜਾਂ ਰਿਸ਼ਤੇਦਾਰ ਨਾਲ ਗੱਲ ਕਰੋਗੇ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇੰਗਲਿਸ਼ 'ਚ ਕਿਸੇ ਗੱਲ ਦਾ ਜਵਾਬ ਦੇਣਾ ਹੈ, ਕੋਈ ਇੰਗਲਿਸ਼ ਸੈਂਟੈਂਸ ਜਾਂ ਵਰਡ ਲਿਖਣਾ ਹੈ ਅਤੇ ਇਹ ਬਿਲਕੁਲ ਨਹੀਂ ਸੋਚਣਾ ਕਿ ਦੂਜਾ ਬੰਦਾ ਕੀ ਕਹੇਗਾ ਜੇ ਤੁਸੀਂ ਗਲਤ ਇੰਗਲਿਸ਼ ਲਿਖਤੀ ਜਾਂ ਦੂਜਾ ਬੰਦਾ ਤੁਹਾਡਾ ਮਜ਼ਾਕ ਉਡਾਏਗਾ। ਤੁਸੀਂ ਬਸ ਕੋਸ਼ਿਸ਼ ਕਰਦੇ ਰਹਿਣਾ ਹੈ ਅਤੇ ਡਟੇ ਰਹਿਣਾ ਹੈ। ਆਖਰੀ ਅਤੇ ਸਭ ਤੋਂ ਜ਼ਰੂਰੀ ਚੀਜ਼ ਜੋ ਤੁਸੀਂ ਆਪਣੇ ਦਿਮਾਗ 'ਚ ਰੱਖਣੀ ਹੈ ਉਹ ਹੈ ਕੋਸ਼ਿਸ਼। ਕੋਸ਼ਿਸ਼ ਕਰਦੇ ਰਹਿਣਾ ਹੈ ਅਤੇ ਹਿੰਮਤ ਬਿਲਕੁਲ ਨਹੀਂ ਛੱਡਣੀ। ਇੱਕ ਜੀ ਮੈਂ ਹਿੰਦੀ ਫਿਲਮ ਦੇਖੀ ਸੀ ਕੁਝ ਦੇਰ ਪਹਿਲਾਂ, ਜਿਹਦਾ ਇੱਕ ਡਾਇਲੋਗ ਮੇਰੇ ਦਿਮਾਗ 'ਚ ਹਜੇ ਤੱਕ ਬਸਿਆ ਹੋਇਆ ਹੈ ਅਤੇ ਉਹ ਸੀ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ। ਜ਼ਿੰਦਗੀ 'ਚ ਦੇਖੋ ਜੀ, ਕੋਈ ਵੀ ਕੰਮ ਜਦ ਅਸੀਂ ਕਰਦੇ ਹਾਂ ਅਤੇ ਜਦ ਅੱਛੀ ਨੀਅਤ ਨਾਲ ਆਪਾਂ ਉਸ ਕੰਮ ਨੂੰ ਕਰੀਏ ਤਾਂ ਇੱਕ ਨਾ ਇੱਕ ਦਿਨ ਉਸ ਦਾ ਫਲ ਜ਼ਰੂਰ ਮਿਲਦਾ ਹੈ। ਇਸੇ ਤਰ੍ਹਾਂ ਆਪਾਂ ਵੀ ਡਟੇ ਰਹਿਣਾ ਹੈ, ਕੋਸ਼ਿਸ਼ ਕਰਦੇ ਰਹਿਣਾ ਹੈ ਅਤੇ ਇੰਗਲਿਸ਼ ਜ਼ਰੂਰ ਸਿੱਖਣੀ ਹੈ। ਚਲੋ ਇੱਕ ਵਾਰ ਫਿਰ ਦੇਖਦੇ ਹਾਂ ਕਿ ਅੱਜ ਆਪਾਂ ਕੀ ਸਿੱਖਿਆ। ਅਸੀਂ ਸਿੱਖਿਆ ਕਿ ਇੰਗਲਿਸ਼ ਨੂੰ ਸਿੱਖਣ ਲਈ ਆਪਾਂ ਨੂੰ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲੀ ਚੀਜ਼ ਹੈ ਵੋਕੈਬਲਰੀ ਬਿਲਡਿੰਗ, ਯਾਨੀ
ਸ਼ਬਦਾਂ ਨੂੰ ਸਿੱਖਣਾ, ਜੋ ਆਲੇ ਦੁਆਲੇ ਚੀਜ਼ਾਂ ਦੇਖਦੇ ਹਾਂ ਉਹਨਾਂ ਦੇ ਨਾਮ ਇੰਗਲਿਸ਼ ਦੇ ਵਿੱਚ ਸਿੱਖਣੇ। ਦੂਜੀ ਚੀਜ਼ ਹੈ ਵਾਕ ਬਣਾਉਣ ਦਾ ਢੰਗ ਸਿੱਖਣਾ। ਤੀਜੀ ਪੜ੍ਹਨਾ। ਚੌਥੀ ਸੁਣਨਾ। ਪੰਜਵੀਂ ਬੋਲ ਕੇ ਜਾਂ ਲਿਖਣ ਦਾ ਪ੍ਰਯਾਸ ਕਰਨਾ। ਅਤੇ ਸਭ ਤੋਂ ਜ਼ਰੂਰੀ ਅਤੇ ਆਖਰੀ ਕੋਸ਼ਿਸ਼ ਕਰਦੇ ਰਹਿਣਾ ਅਤੇ ਹਿੰਮਤ ਨਾ ਛੱਡਣਾ। ਇਸੀ ਦੇ ਨਾਲ ਅੱਜ ਦੀ ਆਪਣੀ ਕਲਾਸ ਖਤਮ ਹੁੰਦੀ ਹੈ ਅਤੇ ਤੁਸੀਂ ਕੋਸ਼ਿਸ਼ ਕਰਨੀ ਨਹੀਂ ਛੱਡਣੀ ਅਤੇ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।